ਈਹਾਂ ਖਾਟ ਚੱਲੋ ਹਰ ਲਾਹਾ, ਲਾਹਾ ਖੱਟ ਕੇ ਜਾਣਾ ਤੇ ਫਿਰ ਬਖਸ਼ਿਸ਼ ਕੀ ਹੋਵੇਗੀ? ਆਗੈ ਬਸਨ ਸੁਹੇਲਾ। ਫਿਰ ਅੱਗੇ ਨਾ ਤੂੰ ਬੜਾ ਸੌਖਾ ਜੀਵਨ ਮਹਿਸੂਸ ਕਰੇਗਾ। ਅੱਗਾ ਕੀ ਹੈ ਉਹਦੇ ਬਾਰੇ ਤੁਸੀਂ ਸਮਝਦੇ ਹੋ, ਇਸ ਗੱਲ ਨੂੰ ਜਾਣਦੇ ਹੋ। ਆਉਣ ਵਾਲਾ ਕੱਲ ਸਾਡਾ ਅੱਗਾ। ਜਿਨ੍ਹਾਂ ਨੇ ਭੂਤਕਾਲ ਵਰਤਮਾਨ ਸਮਾਂ ਨਹੀਂ ਸਵਾਰਿਆ, ਉਹਨਾਂ ਦਾ ਅੱਗਾ ਕਦੇ ਨਹੀਂ ਸਵਰ ਸਕਦਾ। ਜਿਨ੍ਹਾਂ ਨੇ ਪਿਛਲੀ ਕਦਮ ਤੇ ਆਪਣਾ ਦਾਬ ਨਹੀਂ ਪਾਈ, ਭਾਰ ਨਹੀਂ ਪਾਇਆ, ਤਾਂ ਉਹ ਅਗਲੀ ਕਦਮ ਨਹੀਂ ਪੁੱਟ ਸਕਦਾ। ਪਾਤਸ਼ਾਹ ਜੀ ਕਹਿੰਦੇ ਫਿਰ ਆਗਾ ਆਉਣ ਵਾਲਾ ਕੱਲ ਇਹ ਤੇਰਾ ਤਾਂ ਸਫਲ ਹੋਊਗਾ ਜੇ ਤੂੰ ਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ 'ਚ ਅਪਣਾਵੇਂਗਾ, ਲਾਹਾ ਖੱਟਣ ਦੀ ਭਾਵਨਾ ਲੈ ਕੇ ਆਵੇਂਗਾ। ਜੇ ਲਾਹਾ ਖੱਟਣ ਦੀ ਭਾਵਨਾ ਨਹੀਂ ਲੈ ਕੇ ਆਉਂਦਾ, ਫਿਰ ਤੇਰਾ ਅੱਗਾ ਸਫਲਾ ਨਹੀਂ ਹੋਵੇਗਾ। ਬਸ ਹੁਣ ਇੱਥੋਂ ਸਿੱਧ ਹੋ ਗਿਆ ਵੀ ਸਾਡੇ ਅੰਦਰ ਦੀ ਭਾਵਨਾ ਕੁਛ ਖੱਟਣ ਦੀ ਹੋਵੇ, ਕੁਝ ਪ੍ਰਾਪਤ ਕਰਨ ਦੀ ਹੋਵੇ, ਕੁਝ ਗੁਰੂ ਤੋਂ ਲੈਣ ਦੀ ਭਾਵਨਾ ਹੋਵੇ। ਆਏ ਗਏ ਇਹ ਭਾਵਨਾ ਨਾ ਹੋਵੇ। ਜੇ ਭਾਵਨਾ ਬਣ ਗਈ ਵੀ ਕੁਛ ਖੱਟਣਾ, ਤੇ ਫਿਰ ਪਾਤਸ਼ਾਹ ਨੇ ਬੜੀ ਵੱਡੀ ਬਖਸ਼ਿਸ਼ ਕਰ ਦਿੱਤੀ। ਜੇ ਤੇਰੀ ਭਾਵਨਾ ਬਣ ਗਈ ਨਾ, ਤੇ ਫਿਰ ਤੇਰਾ ਰਾਖਾ ਉਹ ਮਾਲਕ ਬਣ ਜਾਵੇਗਾ, ਜਿਸ ਕਾ ਇੱਥੇ ਮਾਲਕ ਨੇ ਜ਼ਿਕਰ ਕੀਤਾ, ਜਿਹਦਾ ਜਿਸ ਦਾ ਸਾਹਿਬ ਡਾਢਾ ਹੋਏ। ਕਾ ਨਹੀਂ ਸੌਰੀ ਦਾ, ਜਿਨ੍ਹਾਂ ਦਾ ਫਿਰ ਉਹ ਮਾਲਕ ਰਾਖਾ ਬਣ ਜਾਂਦਾ ਹੈ। ਜਿਨ੍ਹਾਂ ਦਾ ਉਹ ਮਾਲਕ ਰਾਖਾ ਬਣ ਜਾਵੇ, ਫਿਰ ਪਾਤਸ਼ਾਹ ਜੀ ਕਹਿੰਦੇ ਤਿਸ ਨੂੰ ਮਾਰ ਨਾ ਸਕੈ ਕੋਏ। ਹੁਣ ਇਸ ਗੱਲ ਦੇ ਨਾਲ ਆਪਾਂ ਕਿਵੇਂ ਆਪਣੇ ਆਪ ਨੂੰ ਗਾਈਡ ਕਰੀਏ, ਆਪਣੇ ਆਪ ਨੂੰ ਕਿਵੇਂ ਸਮਝਾਈਏ? ਜਦੋਂ ਇਹ ਗੱਲ ਸੁਣ ਲਈ ਕਿ ਬੰਦਾ ਸਰੀਰ ਕਰਕੇ ਨਹੀਂ ਮਰਦਾ, ਨਹੀਂ, ਸਰੀਰ ਕਰਕੇ ਮੌਤ ਆਵੇਗੀ। ਉਹ ਕੋਈ ਵੀ ਕਾਰਨ, ਕੋਈ ਵੀ ਮਰਨ ਦੇ ਸਮੇਂ ਰੱਬ ਵਰਤ ਸਕਦਾ ਹੈ। ਆਪਣੇ ਵੱਲੋਂ ਉਹ ਕੋਈ ਵੀ ਕਿਸੇ ਤਰ੍ਹਾਂ ਦੀ ਵਿਧ ਵਰਤ ਸਕਦਾ ਹੈ। ਬਜ਼ੁਰਗੀ, ਬਚਪਨ, ਜਵਾਨੀ ਆਦਿਕ ਇਹਨਾਂ ਅਵਸਥਾਵਾਂ ਦੇ ਵਿੱਚ ਉਹਨੂੰ ਜਿਵੇਂ ਚਾਹੁੰਦਾ, ਜਿਵੇਂ ਉਹਨੂੰ ਭਾਉਂਦਾ, ਜਿਵੇਂ ਉਹਨੂੰ ਚੰਗਾ ਲੱਗਦਾ। ਪਰ ਜਿਹੜੀ ਇੱਥੇ ਗੱਲ ਕੀਤੀ ਹੈ, ਗੱਲ ਕੀਤੀ ਆ ਤੈਨੂੰ ਵਿਸ਼ੇ ਵਕਾਰ ਨਹੀਂ ਖਤਮ ਕਰ ਸਕਣਗੇ ਜੇ ਤੇਰਾ ਮਾਲਕ ਰਾਖਾ ਬਣ ਜਾਵੇ। ਹੁਣ ਗੁਰੂ ਰਾਖਾ ਕਿਵੇਂ ਬਣਦਾ? ਗੁਰੂ ਦਿੰਦਾ ਗਿਆਨ ਦੀ ਦਾਤ, ਤੇ ਗਿਆਨ ਦੇ ਵਿੱਚ ਆਪਣੇ ਜੀਵਨ ਨੂੰ ਸਮਾਇਆ ਮੇਲਿਆਂ ਤੇ ਸਾਨੂੰ ਨਾ ਡਰ ਖਤਮ ਹੋ ਜਾਂਦਾ। ਸਾਨੂੰ ਡਰ ਨਹੀਂ ਲੱਗਦਾ ਗਾ, ਸਾਨੂੰ ਇਸ ਗੱਲ ਦਾ ਫਿਕਰ ਕੋਈ ਨਹੀਂ ਵੀ ਮੇਰੇ ਜੀਵਨ ਦੇ ਵਿੱਚ ਕਾਮ ਵਾਸ਼ਨਾ ਪ੍ਰਭਾਵ ਪਾ ਕੇ ਮੈਨੂੰ ਖਤਮ ਕਰ ਦੇਵੇਗੀ। ਡਰ ਖਤਮ ਆ। ਕ੍ਰੋਧ ਵਾਸ਼ਨਾ, ਲੋਭ ਮੋਹ ਹੰਕਾਰ ਵਾਸ਼ਨਾ, ਇਹ ਵਾਸ਼ਨਾਵਾਂ ਸਾਡੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਪਾ ਸਕਣੀਆਂ। ਤੇ ਨਹੀਂ, ਆਪਾਂ ਕਈ ਵਾਰ ਆਪਣੇ ਹੀ ਘਰ ਦੇ ਵਿੱਚ ਗੱਲ ਕਰਦੇ ਹੁੰਨੇ ਆ, ਕਿਵੇਂ ਜੀ ਕੀ ਕਰੀਏ, ਮਨ ਨੂੰ ਸਮਝਾਉਣਾ ਔਖਾ। ਤੇ ਮਨ ਕਿਹਦੇ ਪਿੱਛੇ ਲੱਗਦਾ ਗਾ? ਵਿਸ਼ੇ ਵਿਕਾਰਾਂ ਪਿੱਛੇ। ਹੁਣ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਮਨ ਨੂੰ ਗੁਰੂ ਪਿੱਛੇ ਲਾ ਲਵੇਂ ਨਾ, ਤੇ ਫਿਰ ਇਹਨੂੰ ਸਮਝਾਇਆ ਜਾ ਸਕਦਾ। ਐਸੀ ਗੱਲ ਨਹੀਂ ਵੀ ਨਹੀਂ ਸਮਝਾਇਆ ਜਾ ਸਕਦਾ, ਪਰ ਜਿੰਨਾ ਟਾਈਮ ਇਹ ਵਾਧੂ ਫੋਕਟ ਪਦਾਰਥਾਂ ਦੇ ਪਿੱਛੇ, ਵਾਸ਼ਨਾਵਾਂ ਦੇ ਪਿੱਛੇ ਭੱਜੂਗਾ, ਤੇ ਤੈਨੂੰ ਵੀ ਸੱਜਣਾ ਨਾ ਉਹਨਾਂ ਟਾਈਮ ਤਕਲੀਫ ਰਹੂਗੀ, ਦੁੱਖ ਮਿਲਣਗੇ। ਇਸ ਗੱਲ ਦੀ ਗਰੰਟੀ ਆ। ਪਰ ਜਿੱਦੇ ਤੂੰ ਇਹ ਗੱਲ ਕਹਿ ਦਿੱਤੀ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ, ਉਸ ਦਿਨ ਤੇਰੇ ਅੰਦਰ 100% ਵਿਸ਼ਵਾਸ ਹੋਣਾ ਚਾਹੀਦਾ, ਤੇ ਉਹ ਵਿਸ਼ਵਾਸ ਦੇ ਸਿਰ ਤੇ ਤੂੰ ਵਿਸ਼ੇ ਵਿਕਾਰਾਂ ਤੋਂ ਬਚ ਜਾਵੇਂਗਾ। ਮਾਣ ਨਾਲ ਕਵੇਂਗਾ ਮੇਰੇ ਜੀਵਨ ਵਿੱਚ ਮੈਨੂੰ ਕੋਈ ਵੀ ਵਿਸ਼ਾ ਹਰਾ ਨਹੀਂ ਸਕਦਾ, ਮੈਨੂੰ ਮਾਰ ਨਹੀਂ ਸਕਦਾ। ਆਪਾਂ ਆਮ ਹੀ ਕਹਿ ਦਿੰਦੇ ਇਹ ਬੰਦਾ ਤਾਂ ਭਾਈ
ਲੋਭ ਦੇ ਵਿੱਚ ਰਤਿਆ ਗਿਆ ਤੇ ਲੋਭ ਦੇ ਵਿੱਚ ਰਤਿਆ ਹੋਇਆ ਮਰ ਚੁੱਕਿਆ। ਇਹ ਤਾਂ ਕਾਮ ਵਾਸ਼ਨਾ ਦੇ ਵਿੱਚ ਫਸ ਗਿਆ, ਮਰ ਗਿਆ। ਕ੍ਰੋਧ ਮੋਹ ਹੰਕਾਰ ਵਾਸ਼ਨਾ ਦੇ ਵਿੱਚ ਫਸ ਗਿਆ, ਮਰ ਗਿਆ। ਵਿਸ਼ੇ ਵਿਕਾਰਾਂ ਦੇ ਵਿੱਚੋਂ ਨਿਕਲਣਾ ਹੀ ਜ਼ਿੰਦਗੀ ਹੈ ਤੇ ਵਿਸ਼ੇ ਵਿਕਾਰਾਂ ਦੇ ਵਿੱਚ ਫਸ ਜਾਣਾ ਮੌਤ ਹੈ। ਇੱਥੇ ਬੇਸ਼ੱਕ ਗੁਰੂ ਸਾਹਿਬ ਨੇ ਸਰੀਰਕ ਮੌਤ ਦੀ ਗੱਲ ਨਹੀਂ ਕੀਤੀ, ਪਰ ਗੱਲ ਕੀਤੀ ਆ ਆਤਮਿਕ ਮੌਤ ਦੀ। ਵਿਕਾਰਾਂ ਕਰਕੇ ਮਰ ਜਾਣਾ ਇਹ ਸਾਡੀ ਬਹੁਤ ਖਤਰਨਾਕ ਮੌਤ ਹੈ। ਇਸ ਮੌਤ ਤੋਂ ਗੁਰੂ ਸਾਹਿਬ ਬਚਾ ਲੈਂਦੇ ਨੇ। ਜਿਨ੍ਹਾਂ ਦੀ ਸੁਰਤ ਦੇ ਵਿੱਚ ਫਿਰ ਗਿਆਨ ਦਾ ਵਾਸਾ ਹੋ ਜਾਂਦਾ, ਉਹ ਰੋਜ਼ ਇਹ ਪੜ੍ਹਦੇ ਨੇ, ਜਿਸ ਦਾ ਸਾਹਿਬ ਡਾਢਾ ਹੋਏ। ਜਿਨ੍ਹਾਂ ਦਾ ਰਾਖਾ ਮਾਲਕ ਬਣ ਗਿਆ, ਤਿਸ ਨੂੰ ਮਾਰ ਨਾ ਸਕੈ ਕੋਏ। ਉਹਨਾਂ ਨੂੰ ਫਿਰ ਕੋਈ ਮਾਰ ਨਹੀਂ ਸਕਦਾ, ਉਹਨਾਂ ਨੂੰ ਵਿਸ਼ੇ ਵਿਕਾਰ ਕੋਈ ਖਤਮ ਨਹੀਂ ਕਰ ਸਕਦਾ। ਹੁਣ ਇਸ ਗੱਲ ਦਾ ਮਤਲਬ ਕੀ ਆ? ਸਾਡੇ ਅੰਦਰੂਨੀ ਲੈਵਲ ਨਾਲ ਸੰਬੰਧਤ ਆ, ਅੰਦਰ ਦੇ ਸਿਸਟਮ ਨਾਲ ਸੰਬੰਧਤ ਆ ਇਹ ਵਿਚਾਰ। ਤੇ ਚਲੋ ਕਈ ਵਾਰ ਅਸੀਂ ਆਪਣੇ ਮਨ ਨੂੰ ਭਰੋਸਾ, ਵਿਸ਼ਵਾਸ, ਦ੍ਰਿੜਤਾ, ਮਜ਼ਬੂਤੀ ਦੇ ਵਿੱਚ ਲਿਆਉਣ ਦੇ ਲਈ ਵੀ ਇਹ ਸ਼ਬਦ ਪੜ੍ਹ ਦਿੰਦੇ ਆ, ਜਿਨ੍ਹਾਂ ਦਾ ਰਾਖਾ ਮਾਲਕ ਹੈ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਫਿਰ ਪਾਤਸ਼ਾਹ ਅੱਗੇ ਕਹਿੰਦੇ ਨੇ, ਸਾਹਿਬ ਕੀ ਸੇਵਕ ਰਹਿ ਸ਼ਰਨਾਈ। ਸਾਹਿਬ ਕੀ ਸੇਵਕ ਰਹਿ ਸ਼ਰਨਾਈ। ਸਾਹਿਬ ਦਾ ਅਰਥ ਹੈ ਮਾਲਕ। ਉਸ ਮਾਲਕ ਦੀ ਸ਼ਰਨ ਵਿੱਚ ਸੇਵਕ ਨੇ ਰਹਿਣਾ ਹੁੰਦਾ। ਕਿੰਨਾ ਟਾਈਮ? ਇੱਕ ਤਾਂ ਦੁਨਿਆਵੀ ਤਲ ਤੇ ਆਪਾਂ ਗੁਰੂ ਕੋਲੇ ਆ ਕੇ ਬਹਿੰਦੇ ਹਾਂ, ਇਹ ਵੀ ਗੁਰੂ ਦੀ ਸ਼ਰਨ ਆ, ਇਹ ਵੀ ਮਾਲਕ ਦੀ ਸ਼ਰਨ ਆ। ਪਰ ਇੱਕ ਹਰ ਵਕਤ 24 ਘੰਟੇ ਕਹਿ ਲਓ, ਮਨ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਰੱਖਣਾ, ਇਹ ਵੀ ਗੁਰੂ ਦੀ ਸ਼ਰਨ ਆ। ਪਰ ਇਹ ਸ਼ਰਨ ਵੱਡੀ ਆ ਜਿਹੜੀ ਹਰ ਵਕਤ ਗੁਰੂ ਚਰਨਾਂ ਤੇ ਆਪਣਾ ਧਿਆਨ ਟਿਕਾ ਕੇ ਰੱਖਣਾ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹੁੰਦੇ ਨਾ, ਸਤਿਗੁਰ ਆਇਓ ਸ਼ਰਨ ਤੁਹਾਰੀ। ਹੀ ਮੇਰੇ ਮਾਲਕ ਜੀ, ਮੈਂ ਤੇਰੀ ਸ਼ਰਨ ਆ ਗਿਆ। ਪਾਤਸ਼ਾਹ ਜੀ ਕਹਿੰਦੇ, ਜਦੋਂ ਮਨੁੱਖ ਗੁਰੂ ਦੀ ਸ਼ਰਨ ਆ ਵੜਿਆ ਮਨ ਕਰਕੇ, ਤੇ ਫਿਰ ਵਾਹਿਗੁਰੂ ਦੀ ਸ਼ਰਨ ਵਿੱਚ ਕੀ ਹੈਗਾ? ਮਨ ਕਰਕੇ, ਜੁੜਨ ਕਰਕੇ ਕੀ ਮਿਲੂਗਾ? ਕਿਉਂਕਿ ਮਨ ਹੀ ਸਾਨੂੰ ਚਿੰਤਾ ਦੇ ਵਿੱਚ ਲੈ ਕੇ ਜਾਂਦਾ ਨਾ। ਜਦੋਂ ਮਨ ਆਸੇ ਪਾਸੇ ਦੌੜਦਾ, ਇਹ ਫਿਕਰਾਂ ਦੇ ਵਿੱਚ ਪਾ ਦਿੰਦਾ ਬੰਦੇ ਨੂੰ। ਹੈ ਮੇਰਾ ਕੀ ਬਣੂਗਾ? ਇਹਨੇ ਸੋਚਣਾ ਸ਼ੁਰੂ ਕਰਤਾ ਨਾ, ਮੇਰੇ ਪਰਿਵਾਰ ਦਾ ਕੀ ਬਣੂਗਾ, ਐ ਕਿਉਂ ਹੋ ਗਿਆ, ਆ ਕਿਉਂ ਨਹੀਂ ਹੋਇਆ। ਜਾਣੀ ਕਿ ਜਦੋਂ ਬੰਦੇ ਦਾ ਮਨ ਵਿਜੀ ਹੋ ਗਿਆ, ਗੁਰੂ ਨਾਲ ਜੁੜ ਗਿਆ, ਤੇ ਫਿਰ ਇਹ ਫਿਕਰਾਂ ਤੋਂ ਬੰਦੇ ਨੂੰ ਮੁਕਤ ਕਰ ਦਿੰਦਾ। ਤੇ ਗੁਰੂ ਸਾਹਿਬ ਕਹਿੰਦੇ ਵੀ ਇਹੀ ਆ ਕਿ ਜਿਉਂਦਾ ਜੀ ਤੂੰ ਆਪਣੇ ਆਪ ਨੂੰ ਨਾ, ਆਪਣੇ ਮਨ ਨੂੰ ਗੁਰੂ ਨਾਲ ਜੋੜ ਤੇ ਮੁਕਤ ਹੋ। ਤੇ ਭਗਤ ਨਾਮਦੇਵ ਨੇ ਵੀ ਲਿਖਿਆ ਹੈਗਾ, ਮੂਏ ਹੋਏ ਜੋ ਮੁਕਤ ਦੇਹੋਗੇ। ਮਰੇ ਹੋਇਆ ਤੋਂ ਬਾਅਦ ਮੁਕਤੀ ਕੀ ਕਰਾਉਣੀ ਆ? ਜੇ ਮੁਕਤੀ ਦੇਣੀ ਆ ਨਾ, ਤਾਂ ਐ ਮੇਰੇ ਮਾਲਕ, ਮੇਰੇ ਰੱਬ ਜੀ, ਜਿਉਂਦੇ ਜੀ ਮੁਕਤੀ ਦੇ। ਮਰਨ ਤੋਂ ਬਾਅਦ ਮੁਕਤੀ ਕਿਸੇ ਕੰਮ ਨਹੀਂ। ਤੇ ਇੱਥੇ ਗੁਰੂ ਸਾਹਿਬ ਵੀ ਕਹਿੰਦੇ ਨੇ, ਕਹਿੰਦੇ ਫਿਰ ਆਪਾਂ ਜਿਉਂਦੇ ਜੀ ਆਪਣੇ ਮਨ ਨੂੰ ਗੁਰੂ ਨਾਲ ਜੋੜਨਾ। ਮਨ ਕਰਕੇ ਜਦੋਂ ਗੁਰੂ ਚਰਨਾਂ ਵਿੱਚ ਜੁੜ ਗਏ ਨਾ, ਇਹ ਗੁਰੂ ਦੀ ਸੱਚੇ ਪਾਤਸ਼ਾਹ ਦੀ ਅਸਲੀ ਸ਼ਰਨ ਆ। ਸਤਿਗੁਰ ਆਇਓ ਸ਼ਰਨ ਤੁਹਾਰੀ, ਮੈਂ ਤੇਰੀ ਸ਼ਰਨ ਵਿੱਚ ਆ ਵੜਿਆ। ਤੇ ਫਿਰ ਮਿਲਦਾ ਕੀ ਆ? ਮਿਲੈ ਸੁਖ ਨਾਮ ਹਰ ਸੋਭਾ। ਤੇ ਗੁਰੂ ਨਾਲ ਜੁੜੇ ਹੋਇਆਂ ਨੂੰ ਫਿਰ ਸੁੱਖ ਵੀ ਮਿਲਦਾ, ਆਤਮਿਕ ਸੁੱਖ। ਤੇ ਗੁਰੂ ਚਰਨਾਂ ਨਾਲ ਜੁੜੇ ਹੋਇਆਂ ਨੂੰ ਨਾਮ ਦੀ ਦਾਤ ਮਿਲ ਗਈ, ਗਿਆਨ ਦੀ ਦਾਤ ਮਿਲ ਗਈ। ਗੁਰੂ ਚਰਨਾਂ ਵਿੱਚ ਮਨ ਕਰਕੇ ਜੁੜੇ ਹੋਇਆਂ ਨੂੰ ਫਿਰ ਪਾਤਸ਼ਾਹ ਕਹਿੰਦੇ ਵਡਿਆਈ ਵੀ ਮਿਲ ਜਾਂਦੀ ਆ। ਵਡਿਆਈ ਤੋਂ ਭਾਵ ਫਿਰ 2 ਭੈਣ ਭਾਈ ਨਾ 4 ਭੈਣ ਭਾਈ ਸੋਭਾ ਕਰਦੇ ਆ। ਬੜਾ ਵਧੀਆ ਜੀਵਨ, ਬੜੀ ਵਧੀਆ ਜ਼ਿੰਦਗੀ ਆ।
ਫਿਕਰਾਂ ਤੋਂ ਮੁਕਤ ਜੀਵਨ, ਤਣਾਓ ਮੁਕਤ ਜ਼ਿੰਦਗੀ ਆ, ਫਿਰ ਲੋਕ ਕਹਿੰਦੇ ਨੇ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆਹ ਸੁੱਖ ਮਿਲਦਾ। ਪਰ ਕਿਵੇਂ? ਗੁਰੂ ਚਰਨਾਂ ਵਿੱਚ ਧਿਆਨ ਜੋੜਿਆ, ਗੁਰੂ ਚਰਨਾਂ ਵਿੱਚ ਆਪਣੇ ਮਨ ਨੂੰ ਜੋੜਿਆ। ਤੇ ਜੋ ਪਹਿਲੀ ਤੁਕ ਪੜ੍ਹੀ ਸੀ, ਜਿਸ ਕਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਕੈ ਕੋਈ, ਉਹਦਾ ਵੀ ਅੰਦਰੂਨੀ ਪੱਖ ਆ ਵੀ ਜਿਨ੍ਹਾਂ ਦੇ ਜੀਵਨ ਵਿੱਚ ਮਾਲਕ ਦੀ ਬਖਸ਼ਿਸ਼ ਹੋ ਜਾਵੇ, ਗਿਆਨ ਦਿਮਾਗ ਵਿੱਚ ਟਿਕ ਜਾਵੇ, ਉਹ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵਿਸ਼ੇ ਵਿਕਾਰ ਦਾ ਪ੍ਰਭਾਵ ਨਹੀਂ ਪੈਂਦਾ ਤੇ ਉਹ ਆਤਮਿਕ ਤਲ ਤੇ ਜਿਉਂਦੇ ਰਹਿੰਦੇ ਨੇ। ਆਤਮਿਕ ਤਲ ਤੇ ਜ਼ਮੀਰ ਕਰਕੇ ਉਹ ਮਰਦੇ ਨਹੀਂ। ਬਾਹਰੀ ਤੌਰ ਤੇ ਸਰੀਰਕ ਮੌਤ ਆਉਣੀ ਆ, ਇਹ ਕਿਸੇ ਨੂੰ ਪਹਿਲਾਂ ਤੇ ਕਿਸੇ ਨੂੰ ਬਾਅਦ 'ਚ, ਤੇ ਇਹਦਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ। ਪਰ ਜੇ ਫਿਕਰ ਕਰਨਾ, ਆਤਮਿਕ ਮੌਤੇ ਮਰਨ ਦਾ ਫਿਕਰ ਕਰ ਵੀ ਮੈਂ ਜ਼ਮੀਰ ਕਰਕੇ ਨਾ ਕਿਤੇ ਮਰ ਜਾਵਾਂ। ਤੇ ਗੁਰੂ ਦੇ ਸਿੱਖਾਂ ਦਾ ਆਪਾਂ ਸਾਰੇ ਇਤਿਹਾਸ ਪੜ੍ਹਦੇ ਹਾਂ। ਰੱਬ ਦੇ ਪਿਆਰਿਆਂ ਨੇ ਫਿਰ ਆਪਣੀਆਂ ਜ਼ਿੰਦਗੀਆਂ ਲੇਖੇ ਲਾਤੀਆਂ, ਪਰ ਕਿਸੇ ਕੌਲ ਉਹ ਵਿਕੇ ਨਹੀਂ, ਨਾ ਲੱਖ ਤੇ ਵਿਕੇ, ਨਾ ਕੱਖ ਤੇ ਵਿਕੇ। ਤੇ ਜ਼ਿੰਦਗੀ ਦੇ ਵਿੱਚ ਸਿੱਖ ਦਾ ਇਹ ਸੁਭਾਅ ਹੋਣਾ ਚਾਹੀਦਾ, ਸਿੱਖ ਵਿਕੇ ਨਾ, ਸਿੱਖ ਵਿਕਾਊ ਨਹੀਂ ਹੁੰਦਾ ਗਾ। ਤੇ ਫਿਰ ਸਾਡਾ ਇਹ ਸੋਹਣਾ ਜੀਵਨ ਲੋਕਾਂ ਨੂੰ ਵੀ ਤੇ ਗੁਰੂ ਨੂੰ ਵੀ ਚੰਗਾ ਲੱਗਦਾ ਗਾ। ਜਿਹਦੇ ਪ੍ਰਥਾਏ ਲਿਖਿਆ, ਫਿਰ ਆਪਾਂ ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਸਤਿਗੁਰ ਆਇਓ ਸ਼ਰਨ ਤੁਹਾਰੀ। ਫਿਰ ਆਹ ਸ਼ਰਨ ਵਿੱਚ ਆਪਾਂ ਮਨ ਕਰਕੇ ਟਿਕਣਾ ਗਾ। ਫਿਰ ਅੱਗੇ ਪਾਤਸ਼ਾਹ ਕਹਿੰਦੇ ਨੇ, ਆਪੇ ਬਖਸ਼ੇ ਦੇ ਵਡਿਆਈ। ਤੇ ਵਡਿਆਈ ਬਖਸ਼ਦਾ ਵੀ ਉਹ ਆਪੇ ਆ। ਭਾਈ ਲਾਲੋ ਵਰਗਿਆਂ ਨੂੰ ਵਡਿਆਈ ਬਖਸ਼ਤੀ। ਕਿੰਨੇ ਚੋਰ, ਠੱਗ, ਧਾੜਵੀ, ਦੁਖਿਆਰੇ ਲੋਕ ਮਿਲੇ ਤੇ ਗੁਰੂ ਦਾ ਸੁਭਾਅ ਸੀ, ਗੁਰੂ ਸਭ ਨੂੰ ਵਡਿਆਈ ਬਖਸ਼ ਕੇ ਗਿਆ ਗਾ। ਬੰਦੇ ਦੇ ਜੀਵਨ ਦਾ ਥੋੜਾ ਬਹੁਤਾ ਨਮੂਨਾ ਵੇਖ ਕੇ ਕਿਹੋ ਜਿਹਾ, ਜੇ ਬੰਦੇ 'ਚ ਕੁਆਲਿਟੀ ਘੱਟ ਆ, ਚੋਰ ਆ, ਠੱਗ ਆ, ਕਿਸੇ ਤਰ੍ਹਾਂ ਦੀ ਕੋਈ ਬੁਰਾਈ ਆ, ਉਹ ਬੁਰਾਈ ਨੂੰ ਗੁਰੂ ਸਾਹਿਬ ਨੇ ਪਹਿਲਾਂ ਕੱਢਿਆ ਤੇ ਫਿਰ ਉਸ ਤੋਂ ਬਾਅਦ ਆਪਾਂ ਨੂੰ ਪਤਾ ਉਹਨੂੰ ਵਡਿਆਈ ਬਖਸ਼ੀ ਆ। ਅੱਜ ਵੀ ਉਹ ਲੋਕ ਵਡਿਆਈ ਦੇ ਪਾਤਰ ਨੇ, ਇਤਿਹਾਸ ਦੇ ਵਿੱਚ ਗਵਾਹ ਨੇ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਬਖਸ਼ਣ, ਆਪੇ ਬਖਸ਼ੇ ਦੇ ਵਡਿਆਈ। ਤਿਸ ਤੇ ਉੱਪਰ ਨਾਹੀ ਕੋਏ, ਕੌਣ ਡਰੈ ਡਰ ਕਿਸ ਕਾ ਹੋਏ। ਕਹਿੰਦੇ ਫਿਰ ਉਹ ਮਾਲਕ ਤੋਂ ਬਿਨਾ ਭਾਈ ਹੋਰ ਕੋਈ ਹੈ ਹੀ ਨਹੀਂ। ਤਿਸ ਤੇ ਉੱਪਰ, ਉਹਦੇ ਤੋਂ ਉੱਪਰ, ਉਹਦੇ ਤੋਂ ਵੱਡਾ ਕੋਈ ਨਹੀਂ ਹੈ। ਉਹਦੇ ਤੋਂ ਵੱਡਾ ਕਿਉਂ ਨਹੀਂ ਹੈ? ਕਿਉਂਕਿ ਉਹ ਪਰਮਾਤਮਾ ਜਿਹੜਾ ਇੱਕ ਸ਼ਕਤੀ ਦੇ ਰਾਹੀਂ ਕੰਮ ਕਰ ਰਿਹਾ ਹੈਗਾ, ਉਹਦਾ ਕੋਈ ਸਰੀਰ ਨਹੀਂ, ਕੋਈ ਕਿਸੇ ਤਰ੍ਹਾਂ ਦਾ ਢਾਂਚਾ ਨਹੀਂ ਹੈ। ਉਹ ਪਰਮਾਤਮਾ ਸ਼ਕਤੀ ਦੇ ਰੂਪ ਵਿੱਚ ਕੰਮ ਕਰਦਾ ਨਾ, ਤੇ ਇਸੇ ਕਰਕੇ ਉਹਦੇ ਨਾਲੋਂ ਹੋਰ ਕੋਈ ਵੱਡੀ ਸ਼ਕਤੀ ਨਹੀਂ ਹੈ। ਜੇ ਤਾਂ ਗੱਲ ਸਰੀਰ ਦੀ ਹੁੰਦੀ ਫਿਰ ਤਾਂ ਸਰੀਰ ਵੱਡਾ ਛੋਟਾ ਹੋ ਸਕਦਾ। ਗੁਣਾਂ ਦੇ ਆਧਾਰ ਤੇ ਵੀ ਸਰੀਰ ਦਾ ਵੱਡਾ ਛੋਟਾ ਪੱਖ ਬਣ ਜਾਂਦਾ। ਕਿਸੇ 'ਚ ਵੱਧ ਗੁਣ ਨੇ, ਉਹਨੂੰ ਵਡਿਆਈ ਮਿਲ ਜਾਂਦੀ ਹੈ ਵੱਡੇ ਦੀ, ਤੇ ਕਿਸੇ 'ਚ ਥੋੜੇ ਗੁਣ ਨੇ, ਉਹਨੂੰ ਥੋੜਾ ਜਿਹਾ ਘੱਟ। ਤੇ ਪਰ ਨਹੀਂ, ਉਹ ਪਰਮਾਤਮਾ ਸਰੀਰ ਕਰਕੇ ਨਹੀਂ ਹੈ, ਉਹ ਸ਼ਕਤੀ ਹੈ, ਬਸ ਗੁਣੀ ਨੇ, ਇਸੇ ਕਰਕੇ ਉਹ ਵੱਡਾ ਗਾ। ਚਲੋ ਵੱਡੇ ਦੇ ਪਰਥਾਏ ਤੁਸੀਂ ਸਾਰੀ ਗੱਲ ਸਮਝ ਲਓ ਵੀ ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਤਿਸ ਤੇ ਉੱਪਰ ਨਾਹੀ ਕੋਏ, ਕੌਣ ਡਰੈ ਡਰ ਕਿਸ ਕਾ ਹੋਏ। ਕੌਣ ਡਰੈ? ਫਿਰ ਪਰਮਾਤਮਾ ਤੋਂ ਕਿੰਨੇ ਕਿੰਨੇ ਜਿਹੜੇ ਡਰਦੇ ਨੇ। ਸੱਚੀ ਗੱਲ ਆ, ਬੰਦਾ ਬੰਦੇ ਤੋਂ ਤਾਂ ਬਹੁਤ ਡਰਦਾ, ਪਰ ਬੰਦਾ ਰੱਬ ਤੋਂ ਘੱਟ ਡਰਦਾ। ਹਾਲਾਂਕਿ ਉਹ ਸਭ ਤੋਂ ਵੱਡਾ, ਉਹਦੇ ਤੋਂ ਘੱਟ ਡਰਦਾ ਗਾ ਬੰਦਾ। ਬੰਦਾ ਕੋਈ ਕਿਸੇ ਤਰ੍ਹਾਂ ਦਾ ਵੀ ਅਫਸਰ ਹੋਵੇ ਨਾ, ਕੋਈ ਲੀਡਰ ਹੋਵੇ, ਉਹਦੇ ਤੋਂ ਸਾਨੂੰ ਡਰ ਲੱਗਦਾ ਵੀ ਵੱਡਾ ਯਾਰ, ਪਤਾ ਨਹੀਂ ਕੀ ਸਜ਼ਾ ਦੇਊਗਾ। ਪਰ ਇੰਨਾ ਵੱਡਾ ਪਰਮਾਤਮਾ ਜਿਹਦਾ ਪਤਾ ਹੀ ਕੋਈ ਨਹੀਂ ਵੀ ਕਿੰਨਾ ਕੁ ਵੱਡਾ ਗਾ, ਤੇ ਉਹ ਪਰਮਾਤਮਾ ਤੋਂ ਬਹੁਤ ਘੱਟ ਦੁਨੀਆ ਡਰਦੀ ਹੈ। ਜੇ ਪਰਮਾਤਮਾ ਤੋਂ ਘੱਟ ਡਰਦੇ ਆ ਨਾ, ਤਾਂ ਹੀ ਸਾਡੇ ਜੀਵਨ ਦੇ ਵਿੱਚ ਸਾਡਾ ਨੁਕਸਾਨ ਹੋ ਰਿਹਾ। ਤਾਈਓ
ਜੇ ਬੰਦਾ ਰੱਬ ਤੋਂ ਡਰਨਾ ਸ਼ੁਰੂ ਕਰ ਦੇ ਨਾ ਤਾਂ ਫਿਰ ਤਾਂ ਗੱਲ ਹੀ ਬਣ ਜੇ। ਬਾਣੀ 'ਚ ਵੀ ਲਿਖਿਆ ਨਾ, ਪਾਤਸ਼ਾਹ ਜੀ ਕਹਿੰਦੇ ਨੇ ਪਾਪ ਬੁਰਾ ਪਰ ਹੈ ਕਿ ਪਾਪੀ ਕੋ ਪਿਆਰਾ। ਪਾਪ ਤਾਂ ਬੁਰਾ ਨਾ, ਗੁਰੂ ਨੇ ਸਾਨੂੰ ਦੱਸ ਦਿੱਤਾ, ਪਰ ਪਾਪੀ ਬੰਦੇ ਨੂੰ ਰੱਬ ਦਾ ਡਰ ਨਹੀਂ, ਉਹਨੂੰ ਪਿਆਰ ਪੈ ਗਿਆ ਪਾਪ ਦੇ ਨਾਲ। ਉਹ ਦਿਨ ਰਾਤ ਪਾਪ ਵਧਾਉਂਦਾ ਗਿਆ, ਵਧਾਉਂਦਾ ਗਿਆ, ਵਧਾਉਂਦਾ ਗਿਆ, ਇੰਨਾ ਕੁ ਪਾਪੀ ਬਣ ਗਿਆ ਵੀ ਉਹਨੇ ਆਪਣੇ ਜੀਵਨ ਦਾ ਇੱਕ ਇੱਕ ਰੋਮ, ਇੱਕ ਇੱਕ ਸਵਾਸ ਪਾਪੀ ਬਣਾਤਾ, ਪਰ ਉਹਨੂੰ ਡਰ ਨਹੀਂ ਲੱਗਿਆ ਹੈਗਾ। ਗੁਰੂ ਸਾਹਿਬ ਜੀ ਕਹਿੰਦੇ ਨੇ ਡਰ, ਪਾਪਾਂ ਤੋਂ ਡਰ, ਰੱਬ ਤੋਂ ਡਰ, ਗੁਰੂ ਤੋਂ ਡਰ, ਪਰ ਬੰਦੇ ਦਾ ਸੁਭਾਅ ਆ ਥੋੜਾ ਜਿਹਾ ਘੱਟ ਹੀ ਡਰਦਾ ਬੰਦਾ, ਤੇ ਬੰਦਾ ਬੰਦੇ ਤੋਂ ਬਹੁਤ ਡਰਦਾ ਹੈਗਾ। ਬਸ ਬੰਦਾ ਬੰਦੇ ਤੋਂ ਡਰਨੋਂ ਹਟ ਜੇ ਤੇ ਰੱਬ ਤੋਂ ਡਰਨ ਲੱਗ ਜੇ, ਜ਼ਿੰਦਗੀ ਵਧੀਆ ਬਣ ਜੂਗੀ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕੌਣ ਡਰੈ ਡਰ ਕਿਸਕਾ ਹੋਏ, ਫਿਰ ਕਿਹਦਾ ਡਰ ਮੰਨੀਏ? ਇੱਕ ਪਰਮਾਤਮਾ ਦਾ ਡਰ ਆਪਣੀ ਜ਼ਿੰਦਗੀ 'ਚ ਮੰਨੀਏ। ਫਿਰ ਪਾਤਸ਼ਾਹ ਅੱਗੇ ਕਹਿੰਦੇ ਨੇ ਗੁਰਮਤੀ ਸ਼ਾਂਤ ਬਸੈ ਸਰੀਰ। ਗੁਰੂ ਦੀ ਮੱਤ ਲੈ ਕੇ ਸਾਡਾ ਸਰੀਰ ਬਿਲਕੁਲ ਸ਼ਾਂਤ ਚਿੱਤ ਰਹਿਣ ਲੱਗ ਜਾਂਦਾ। ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਚਿੰਤਾ ਫਿਕਰ, ਕਿਸੇ ਤਰ੍ਹਾਂ ਦਾ ਸਹਿਮ ਡਰ ਆਦਿਕ ਨਹੀਂ ਰਹਿੰਦਾ ਗਾ। ਇਹ ਕਿਉਂ? ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚੋਂ ਮਨ ਦੀ ਮਰਜ਼ੀ ਨਿਕਲ ਗਈ, ਉਦੋਂ ਡਰ ਮੁਕਤ ਸਾਡਾ ਜੀਵਨ ਹੋ ਜਾਵੇਗਾ। ਜਿੰਨਾ ਟਾਈਮ ਅਸੀਂ ਆਪਣੇ ਮਨ ਪਿੱਛੇ ਚੱਲਾਂਗੇ ਤਾਂ ਕੰਮ ਵੀ ਗਲਤ ਹੋਵੇਗਾ ਤੇ ਡਰ ਵੀ ਜ਼ਰੂਰ ਲੱਗੇਗਾ। ਇੱਕ ਬੜੀ ਪਿਆਰੀ ਉਦਾਹਰਨ ਆ, ਕਹਿੰਦੇ ਤੂੰ ਬੰਦਿਆ ਇਸ ਤਰ੍ਹਾਂ ਦਾ ਆਪਣਾ ਜੀਵਨ ਬਣਾ ਲੈ, ਕਿਸ ਤਰ੍ਹਾਂ ਦਾ ਜਿਵੇਂ ਅੰਨਾ ਹੁੰਦਾ, ਤੇ ਜਿਹੜਾ ਅੰਨਾ ਹੁੰਦਾ ਨਾ ਉਹ ਆਪਣੇ ਗਿਆਨ ਕਰਕੇ ਨਹੀਂ ਤੁਰਦਾ ਵੀ ਮੈਂ ਖੱਬੇ ਮੁੜਨਾ, ਮੈਂ ਸੱਜੇ ਮੁੜਨਾ, ਤੇ ਉਹ ਜੇ ਤੁਰਦਾ ਗਾ ਤਾਂ ਇੱਕ ਟੂਣੀ ਦੇ, ਇੱਕ ਡੰਡੇ ਦੇ, ਇੱਕ ਸੋਟੀ ਦੇ ਸਹਾਰੇ ਤੁਰਦਾ। ਜਾਂ ਇਉਂ ਕਹਿ ਲਓ, ਜੇ ਉਹ ਤੁਰਦਾ ਗਾ, ਜਿਸ ਬੰਦੇ ਨੇ ਉਸ ਅੰਨੇ ਦਾ ਹੱਥ ਪਕੜਿਆ ਉਹਦੇ ਆਸਰੇ ਤੁਰਦਾ, ਉਸੇ ਦੇ ਸਹਾਰੇ ਤੁਰਦਾ ਨਾ। ਉਹ ਆਪਣੀ ਮਰਜ਼ੀ ਨਹੀਂ ਕਰਦਾ ਗਾ ਵੀ ਖੱਬੇ ਮੁੜਨਾ ਸੱਜੇ ਮੁੜਨਾ, ਉਹ ਜਿਵੇਂ ਕੋਈ ਹੱਥ ਫੜ ਕੇ ਮੂਹਰੇ ਚੱਲ ਰਿਹਾ ਤੇ ਉਹਦੇ ਮੁਤਾਬਕ ਤੁਰਿਆ ਜਾਂਦਾ ਗਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨਾ, ਐ ਮਨੁੱਖ ਤੂੰ ਵੀ ਗੁਰੂ ਕੋਲੇ ਆ ਕੇ ਗੱਲ ਕਹਿ ਦਿਆ ਕਰ, ਦਾਤਿਆ ਭਾਵੇਂ ਮੇਰੇ ਦੋ ਅੱਖਾਂ ਨੇ ਪਰ ਮੈਨੂੰ ਤੁਰਨ ਦਾ ਚੱਜ ਨਹੀਂ ਆਇਆ, ਭਾਵੇਂ ਤੂੰ ਬੜੀ ਵੱਡੀ ਬਖਸ਼ਿਸ਼ ਕੀਤੀ ਹੈ, ਮੈਨੂੰ ਬੜਾ ਸੋਹਣਾ ਸ਼ਾਨਦਾਰ ਸਰੀਰ ਦਿੱਤਾ, ਪਰ ਮੈਨੂੰ ਕਿਸੇ ਚੀਜ਼ ਦੀ ਅਕਲ ਨਹੀਂ ਆਏਗੀ, ਅਜੇ ਮੈਂ ਬੇਅਕਲਾਂਗਾ। ਤੇ ਫਿਰ ਕਹਿਣਾ ਕੀ ਆ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ। ਮਾਲਕ ਜੀ ਮੈਂ ਤਾਂ ਅੰਨਾ, ਅੰਧਲੇ ਅੰਧ ਬਿਖੈ ਬਿਖ ਰਾਤੇ। ਕਿਉਂ ਚਾਲੈ, ਮੈਂ ਕਿਉਂ ਚੱਲਾਂ? ਗੁਰ ਚਾਲੀ, ਭਾਵ ਮੈਂ ਗੁਰੂ ਦੀ ਚਾਲ ਤੋਂ ਪਾਸੇ ਹੋ ਕੇ ਤੁਰਨਾ ਨਹੀਂ ਜਾਣਦਾ। ਜਿਵੇਂ ਮੈਨੂੰ ਗੁਰੂ ਚਲਾਵੇਗਾ ਨਾ ਤੇ ਉਵੇਂ ਮੈਂ ਚੱਲਾਂਗਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਮੈਂ ਅੰਨਾ ਬਣ ਜਾਵਾਂ ਤੇ ਫਿਰ ਆਪਣਾ ਜਿਹੜਾ ਹੱਥ ਆ ਨਾ ਉਹ ਮੈਂ ਆਪਣੇ ਗੁਰੂ ਨੂੰ ਫੜਾ ਦੇਵਾਂ। ਇੱਥੇ ਵੀ ਗੱਲ ਧਿਆਨ 'ਚ ਰੱਖਣੀ, ਗੁਰੂ ਦਾ ਹੱਥ ਨਹੀਂ ਫੜਨਾ, ਗੁਰੂ ਨੂੰ ਹੱਥ ਫੜਾਉਣਾ। ਤੇ ਫਿਰ ਸਾਡੇ ਜੀਵਨ ਦਾ ਉਹ ਪੱਖ ਖਤਮ ਹੋ ਗਿਆ ਜਿਹੜਾ ਪੱਖ ਸਾਨੂੰ ਮਨ ਮਰਜ਼ੀ ਨਾਲ ਜੋੜੀ ਬੈਠਾ ਸੀ, ਖੱਬੇ ਮੁੜਨਾ ਸੱਜੇ ਮੁੜਨਾ, ਅੱਗੇ ਜਾਣਾ ਪਿੱਛੇ ਜਾਣਾ। ਹੁਣ ਜਿਵੇਂ ਮੇਰਾ ਹੱਥ ਕਿਸੇ ਨੇ ਫੜਿਆ ਤੇ ਉਹ ਮੈਨੂੰ ਅੱਗੇ ਅੱਗੇ ਤੋਰ ਰਿਹਾ, ਲਿਜਾ ਰਿਹਾ ਗਾ, ਮੈਂ ਤਾਂ ਉਹਦੇ ਆਸਰੇ ਆਂਗਾ। ਤੇ ਜੇ ਮੈਨੂੰ ਉਹਦਾ ਆਸਰਾ ਨਾ ਤੇ ਯਕੀਨ ਇੰਨਾ ਕਾ ਵੀ ਉਹ ਮੈਨੂੰ ਡਿੱਗਣ ਨਹੀਂ ਦਿੰਦਾ। ਕਹਿੰਦੇ ਕੋਈ ਬਾਪ ਤੇ ਧੀ ਆ, ਉਹ ਰਸਤੇ ਵਿੱਚੋਂ ਦੀ ਜਾ ਰਹੇ ਨੇ, ਰਸਤੇ ਵਿੱਚ ਜਾਂਦੇ ਆ ਪਾਣੀ ਆ ਗਿਆ, ਕੋਈ ਨਦੀ ਨਾਲਾ ਆ ਗਿਆ, ਬਾਪ ਨੇ ਆਪਣੀ ਧੀ ਦਾ ਹੱਥ ਫੜਨ ਦਾ ਯਤਨ ਕੀਤਾ ਜਾਂ ਧੀ ਨੇ ਆਪਣੇ ਬਾਪ ਦਾ ਹੱਥ ਫੜਨ ਦਾ ਯਤਨ ਕੀਤਾ। ਬਾਪੂ ਮੈਂ ਡੁੱਬ ਨਾ ਜਾਵਾਂ, ਮੇਰਾ ਪੈਰ ਨਾ ਫਿਸਲ ਜੇ ਤੇ ਗੌਰ ਨਾਲ ਲੰਘਾਈ। ਧੀ ਕਹਿੰਦੀ ਹੈ ਨਾ
ਬਾਪੂ ਅੱਗੋਂ ਕਹਿੰਦਾ ਚੰਗਾ ਧੀਏ ਠੀਕ ਆ, ਤੇ ਤੂੰ ਇਉਂ ਕਰ ਮੇਰਾ ਹੱਥ ਫੜ ਲੈ ਤੇ ਮੈਂ ਅੱਗੇ ਅੱਗੇ ਚੱਲਿਆ ਜਾਵਾਂਗਾ ਤੇ ਤੂੰ ਪਿੱਛੇ ਪਿੱਛੇ ਆ ਜੀ। ਆਪਾਂ ਅੰਨੇ ਦੀ ਉਦਾਹਰਨ ਲੈਤੀ ਹੈ ਵੀ ਅੰਨੇ ਦਾ ਸੰਜਾਖੇ ਬੰਦੇ ਨੇ ਹੱਥ ਫੜਿਆ। ਇਹ ਗੱਲ ਜ਼ਰੂਰ ਧਿਆਨ 'ਚ ਰੱਖਣੀ, ਹੱਥ ਫੜਨ ਦੀ ਬਜਾਏ ਹੱਥ ਫੜਾ ਦਈਏ। ਹੋ ਸਕਦਾ ਸਾਡੀ ਮੱਤ ਛੋਟੀ ਆ, ਅਸੀਂ ਇੱਕ ਵਾਰੀ ਗੁਰੂ ਦਾ ਹੱਥ ਫੜ ਲਿਆ ਤੇ ਦੁਬਾਰਾ ਹੱਥ ਛੱਡ ਦਈਏ। ਸਾਡਾ ਸੁਭਾਅ ਨਾ, ਜਿਵੇਂ ਉਹ ਮੰਨ ਲਓ ਵੀ ਅੱਜ ਆਪਣੀ ਜ਼ਿੰਦਗੀ 'ਚ ਦਾਅਵਾ ਕਰ ਲਿਆ, ਪ੍ਰਣ ਕਰ ਲਿਆ ਵੀ ਹਾਂ ਮਾਲਕ ਜੀ ਮੈਂ ਆਪਣੀ ਜ਼ਿੰਦਗੀ ਦਾ ਜਿੰਨਾ ਵੀ ਸਮਾਂ ਵਾਕੀ ਬਚਦਾ ਇਹ ਲੇਖੇ ਵਿੱਚ ਲਾਊਂਗਾ। ਬਹੁਤ ਜਨਮ ਵਿਛਰੇ ਤੇ ਮਾਧੋ, ਇਹ ਲੇਖੇ 'ਚ ਲਾਉਣਾ ਜੀਵਨ ਮੈਂ, ਇਹ ਜਨਮ ਤੁਮਾਰੇ ਲੇਖੇ ਲਾਉਣ ਦਾ ਦਾਅਵਾ ਕੀਤਾ। ਪਰ ਜੇ ਮੈਂ ਗੁਰੂ ਦਾ ਪੱਲਾ ਫੜਿਆ ਨਾ, ਮੈਂ ਛੱਡ ਸਕਦਾ। ਮੇਰੇ ਜੀਵਨ 'ਚ ਐਸੀਆਂ ਔਂਕੜਾਂ ਆ ਸਕਦੀਆਂ ਨੇ, ਪਰ ਮੈਂ ਇੱਥੇ ਪੱਲਾ ਫੜਨ ਦੀ ਬਜਾਏ ਗੁਰੂ ਨੂੰ ਆਪਣਾ ਹੱਥ ਫੜਾ ਦੇਵਾਂ। ਤੇ ਜਦੋਂ ਬਾਪ ਨੇ ਕਿਹਾ ਨਾ ਚੰਗਾ ਧੀਏ ਫਿਰ ਮੇਰਾ ਹੱਥ ਫੜ ਲਾ, ਤੇ ਮੰਗਰ ਮੰਗਰ ਤੁਰੀ ਆਈ। ਤੇ ਧੀ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿੰਦੀ ਬਾਪੂ, ਕਹਿੰਦੀ ਮੈਂ ਹੱਥ ਫੜਨਾ ਨਹੀਂ। ਕਿਉਂ? ਕਿਉਂਕਿ ਮੈਂ ਛੋਟੀ ਆ, ਤੇਰਾ ਤਜਰਬਾ ਬਹੁਤ ਆ, ਤੇ ਕਿਤੇ ਮੇਰਾ ਪੈਰ ਫਿਸਲ ਗਿਆ ਨਾ, ਕਿਤੇ ਅੜਕ ਗਿਆ, ਠੋਕਰ ਲੱਗ ਗਈ ਪਾਣੀ 'ਚ, ਤੇ ਮੇਰਾ ਹੱਥ ਤੇਰੇ ਹੱਥ ਨਾਲੋਂ ਛੁੱਟ ਜਾਵੇਗਾ। ਮੈਂ ਛੱਡ ਸਕਦੀ ਆ ਆਪਣਾ ਹੱਥ ਤੇਰੇ ਹੱਥ ਨਾਲੋਂ, ਪਰ ਬਾਪੂ ਮੈਨੂੰ ਤੇਰੇ ਤੇ 100% ਯਕੀਨ ਆ, ਤੂੰ ਮੇਰਾ ਹੱਥ ਫੜ ਲਾ। ਕਿਉਂ? ਕਿਉਂਕਿ ਮੈਨੂੰ ਯਕੀਨ ਆ ਵੀ ਤੂੰ ਮੇਰਾ ਹੱਥ ਨਹੀਂ ਛੱਡੇਗਾ। ਬਸ ਆਹੀ ਇੱਕ ਛੋਟੀ ਜਿਹੀ ਉਦਾਹਰਨ ਤੋਂ ਆਪਾਂ ਸਮਝਣਾ ਵੀ ਆਪਾਂ ਗੁਰੂ ਨੂੰ ਹੱਥ ਫੜਾਉਣ ਦੀ ਬਜਾਏ ਗੁਰੂ ਦਾ ਹੱਥ, ਵਾਹਿਗੁਰੂ, ਗੁਰੂ ਦਾ ਹੱਥ ਫੜਨ ਦੀ ਬਜਾਏ ਗੁਰੂ ਦਾ ਹੱਥ ਫੜਾ ਦਈਏ, ਗੁਰੂ ਨੂੰ ਆਪਣਾ ਹੱਥ। ਤੇ ਫਿਰ ਮਾਲਕ ਤੇ ਯਕੀਨ ਰੱਖਣਾ ਵੀ ਉਹ ਵਾਹਿਗੁਰੂ ਸਾਡਾ ਹੱਥ ਕਦੇ ਵੀ ਨਹੀਂ ਛੱਡਦਾ। ਕਿਵੇਂ? ਜਿਵੇਂ ਪਹਿਲੀ ਤੁਕ ਪੜ੍ਹੀ ਸੀ ਨਾ, ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ। ਫਿਰ ਜਿਨ੍ਹਾਂ ਦਾ ਉਹ ਮਾਲਕ ਰਾਖਾ ਬਣ ਜਾਵੇ ਉਹਨਾਂ ਨੂੰ ਵਿਸ਼ੇ ਵਿਕਾਰ ਖਤਮ ਨਹੀਂ ਕਰ ਸਕਦੇ, ਮਾਰ ਨਹੀਂ ਸਕਦੇਗੇ। ਤੇ ਇੱਥੇ ਜ਼ਿਕਰ ਪਾਤਸ਼ਾਹ ਨੇ ਕੀਤਾ ਸੀ, ਗੁਰਮਤੀ ਸ਼ਾਂਤ ਵਸੈ ਸਰੀਰ। ਗੁਰੂ ਦੀ ਮੱਤ ਗ੍ਰਹਿਣ ਕਰਕੇ ਮੇਰਾ ਸਰੀਰ ਆ ਨਾ, ਜਿਹੜਾ ਮੇਰਾ ਮਨ ਤੇ ਮੇਰਾ ਤਨ ਆ, ਇਹ ਬਿਲਕੁਲ ਸ਼ਾਂਤ ਹੋ ਗਏ। ਇਹਦੇ ਵਿੱਚੋਂ ਚਿੰਤਾ, ਝੋਰੇ, ਤੌਖਲੇ, ਸਹਿਮ, ਵਾਧੂ ਦੇ ਕਰਮ ਉਹ ਖਤਮ ਹੋ ਗਏ, ਬਿਲਕੁਲ ਸ਼ਾਂਤ ਚਿੱਤ ਹੋ ਗਿਆ, ਵਾਧੂ ਦੇ ਖਿਆਲ ਖਤਮ ਹੋ ਗਏ। ਫਿਰ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਸ਼ਬਦ ਚੀਨ ਫਿਰ ਲੱਗੈ ਨਾ ਪੀਰ। ਪੀਰ ਤੋਂ ਭਾਵ ਪੀੜ, ਦਰਦ। ਕਹਿੰਦੇ ਜੇ ਅਸੀਂ ਸ਼ਬਦ ਦੀ ਪਛਾਣ ਕਰ ਲਈ ਨਾ, ਜੇ ਸ਼ਬਦ ਦੀ ਪਛਾਣ ਕਰ ਲਈ, ਚੋਣ ਕਰ ਲਈ ਪਛਾਣਨ ਤੋਂ ਬਾਅਦ ਵੀ ਮੇਰੇ ਲਈ ਇਹ ਠੀਕ ਆ, ਅਸੀਂ ਸ਼ਬਦ ਨੂੰ ਸਿਲੈਕਟ ਕਰ ਲਿਆ, ਗੁਰੂ ਸਾਹਿਬ ਕਹਿੰਦੇ ਗਰੰਟੀ ਆ ਤੇ ਜ਼ਿੰਦਗੀ 'ਚ ਕੋਈ ਪੀੜ ਵੀ ਨਹੀਂ ਰਹਿੰਦੀ, ਕੋਈ ਪੀੜ ਵੀ, ਸਾਰੇ ਦਰਦ ਦੂਰ ਹੋ ਜਾਣਗੇ ਇੱਕੇ ਦਵਾਈ ਨਾਲ, ਸ਼ਬਦ ਨੂੰ ਪਛਾਣਨ ਦੇ ਨਾਲ। ਬਸ ਇੱਕੋ ਹੀ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਆ ਵੀ ਅਸੀਂ ਗੁਰੂ ਦੇ ਸ਼ਬਦ ਨੂੰ ਪਛਾਣ ਨਹੀਂ ਸਕੇ। ਪਛਾਣਨਾ ਕਿਵੇਂ ਸੀ? ਮੋਟੀ ਮੋਟੀ ਜਿਹੀ ਨਿਗਾਹ ਮਾਰ ਲਓ। ਸਾਡਾ ਸੁਭਾਅ ਕੀ ਆ? ਬੁਰਾ ਨਾ ਮਨਾਇਓ, ਸੱਚ ਜਾਣਿਓ, ਅਸੀਂ ਕੇਵਲ ਗੁਰੂ ਨੂੰ ਮੱਥਾ ਟੇਕਣ ਤੱਕ ਹੀ ਸੀਮਤ ਰਹਿ ਗਏ। ਮੈਂ ਨਹੀਂ ਕਹਿੰਦਾ ਮੱਥਾ ਨਹੀਂ ਟੇਕਣਾ, ਟੇਕਣਾ ਚਾਹੀਦਾ, ਸੈਂਕੜੇ ਵਾਰ ਟੇਕੋ, 1000 ਵਾਰ ਟੇਕੋ, ਪਰ ਚੇਤਾ ਰੱਖਿਓ ਗੁਰੂ ਨੂੰ ਪਛਾਣਿਆ ਨਹੀਂ ਵੀ ਜਿਹਨੂੰ ਮੈਂ ਮੱਥਾ ਟੇਕਦਾ ਕੀ ਉਹ ਮੱਥਾ ਟਿਕਾਉਣ ਦੇ ਯੋਗ ਹੈ? ਜਿਹਦੇ ਅੱਗੇ ਆ ਕੇ ਮੈਂ ਹੱਥ ਜੋੜਦਾ ਕੀ ਉਹ ਹੱਥ ਜੜਵਾਉਣ ਦੇ ਯੋਗ ਹੈ? ਪਛਾਣ ਕਰਨੀ ਹੈ ਨਾ। ਜਦੋਂ ਪਛਾਣ ਕਰ ਲਈ ਨਾ ਤੇ ਫਿਰ ਸਾਨੂੰ ਪਤਾ ਲੱਗਣ ਲੱਗ ਜੂ ਵੀ ਗੁਰੂ ਕੀ ਕੀ ਕੰਮ ਕਰਦਾ ਗਾ। ਮੰਨ ਲਵੋ ਆਪਾਂ ਬਚਪਨ ਤੋਂ ਗੱਲ ਥੋੜ੍ਹੀ ਜਿਹੀ ਸ਼ੁਰੂ ਕਰ ਲਓ। ਜੇ ਆਪਾਂ ਬਚਪਨ ਦੇ ਵਿੱਚ ਦੇਖੀਏ ਨਾ, ਬਚਪਨ ਦੇ ਵਿੱਚ ਸਾਡਾ ਸਾਰਿਆਂ ਦਾ ਸੁਭਾਅ ਹੁੰਦਾ ਵੀ ਚੰਗੇ ਸਕੂਲ ਦੇ ਵਿੱਚ ਆਪਾਂ ਆਪਣੇ ਬੱਚੇ ਨੂੰ ਪੜ੍ਹਨ ਪਾਉਣਾ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਕੂਲ ਵਿੱਚ ਪਾਉਣ ਤੋਂ ਪਹਿਲਾਂ ਨਾ ਮੇਰੇ ਕੋਲ ਇੱਕ ਵਾਰੀ ਆ ਜੀ, ਮੈਂ ਤੈਨੂੰ ਦੱਸ ਦੂੰਗਾ
ਵੀ ਕਿਹੋ ਜੀ ਪੜ੍ਹਾਈ ਕਰਵਾਉਣੀ ਆ, ਤੇ ਸੱਚੀ ਗੱਲ ਆ ਅਸੀਂ ਕਦੇ ਪੁੱਛਿਆ ਹੀ ਨਹੀਂਗਾ। ਤੇ ਗੁਰੂ ਨਾਨਕ ਸਾਹਿਬ ਨੇ ਨਾ ਪੱਟੀ ਬਾਣੀ ਲਿਖ ਕੇ ਸਾਨੂੰ ਵਿਦਿਆ ਦਾ ਗਿਆਨ ਵੀ ਦੇ ਦਿੱਤਾ, ਵੀ ਵਿਦਿਆ ਪ੍ਰਾਪਤ ਕਰਨੀ ਹੈ ਕਿਵੇਂ ਕਰਨੀ ਆ ਤੇ ਕਿਹੋ ਜੀ ਕਰਨੀ ਆ, ਪੱਟੀ ਬਾਣੀ ਦੇ ਵਿੱਚ ਸਾਰਾ ਦੱਸ ਦਿੱਤਾ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਵੀ ਆਪਣੀ ਬਾਣੀ ਦੇ ਵਿੱਚ ਨਾ ਪੱਟੀ ਬਾਣੀ ਲਿਖੀ ਆ, ਤੇ ਗੁਰੂ ਅਮਰਦਾਸ ਮਹਾਰਾਜ ਨੇ ਵੀ ਪੱਟੀ ਬਾਣੀ ਲਿਖ ਕੇ ਸਿੱਧ ਕਰ ਦਿੱਤਾ ਵੀ ਬਚਪਨ ਪੜ੍ਹਾਈ ਦੇ ਨਾਲ ਸੰਬੰਧਿਤ ਕਰਨਾ ਨਾ, ਪਰ ਕਿਹੋ ਜੀ ਪੜ੍ਹਾਈ ਕਰਨੀ ਆ, ਕਿਵੇਂ ਕਰਨੀ ਆ। 2 ਪੁਆਇੰਟ ਨੇ, ਕਿਹੋ ਜੀ ਤੇ ਕਿਵੇਂ। ਤੇ ਵਾਹਿਗੁਰੂ ਭਲਾ ਕਰੇ, ਆਪਾਂ ਆਮ ਹੀ ਕੰਧਾਂ ਤੇ ਲਿਖਿਆ ਪੜ੍ਹਦੇ ਹਾਂ, ਵਿਦਿਆ ਮਨੁੱਖ ਦਾ ਤੀਜਾ ਨੇਤਰ ਆ। ਫਿਰ ਸੱਚ ਆ, ਜੇ ਆਪਾਂ ਗੁਰੂ ਕੋਲੇ ਆ ਕੇ ਪੁੱਛ ਕੇ ਵਿਦਿਆ ਪ੍ਰਾਪਤ ਨਹੀਂ ਕੀਤੀ, ਫਿਰ ਤੀਜਾ ਨੇਤਰ ਕਦੇ ਵੀ ਨਹੀਂ ਕਹਿ ਸਕਦੇ। ਕਿਉਂ ਨਹੀਂ ਕਹਿ ਸਕਦੇ? ਇਸ ਕਰਕੇ ਨਹੀਂ ਕਹਿ ਸਕਦੇ ਕਿਉਂਕਿ ਵਿਦਿਆ ਪੜ੍ਹ ਕੇ ਤਾਂ ਬੰਦਾ ਠੱਗੀਆਂ ਮਾਰਦਾ ਗਾ। ਹੁਣ ਰਿਸ਼ਵਤ ਕਿਵੇਂ ਲੈਣੀ ਆ, ਕਿਵੇਂ ਦੇਣੀ ਆ, ਕਿਵੇਂ ਧੋਖਾ ਕਰਨਾ, ਇਹ ਆਪਾਂ ਨੂੰ ਪਤਾ, ਪੜ੍ਹੇ ਲਿਖਿਆਂ ਦਾ ਕੰਮ ਹੀ ਆ ਨਾ। ਕਿਵੇਂ ਨਸ਼ਾ ਵੇਚਣਾ, ਕਿਵੇਂ ਵੱਡੇ ਵੱਡੇ ਗਲਤ ਕੰਮ ਕਰਨੇ ਨੇ, ਇਹ ਜਿਹੜੇ ਸਕੂਲਾਂ ਵਿੱਚ ਪੜ੍ਹ ਕੇ ਆਏ ਆ, ਵਾਹਿਗੁਰੂ ਭਲਾ ਕਰੇ, ਉਹਨਾਂ ਦਾ ਕੰਮ ਹੀ। ਆਮ ਸਿੱਧਾ ਸਾਦਾ ਬੰਦਾ ਇਹੋ ਜਿਹਾ ਕੰਮ ਨਹੀਂ ਕਰਦਾ ਗਾ। ਹੁਣ ਪੁੱਛ ਕੇ ਦੇਖੋ ਆਪਣੇ ਆਪ ਨੂੰ ਵੀ ਤੀਜਾ ਨੇਤਰ ਕਿਹਾ ਹੈ, ਵੀ ਕੋਈ ਸ਼ੱਕ ਨਹੀਂ ਵੀ ਵਿਦਿਆ ਮਨੁੱਖ ਦਾ ਤੀਜਾ ਨੇਤਰ ਨਹੀਂ, ਪਰ ਜਦੋਂ ਗੁਰੂ ਨੂੰ ਪੁੱਛਾਂਗੇ ਫਿਰ ਦੱਸੋ ਵੀ ਗੁਰਮਤਿ ਦੀ ਵਿਦਿਆ ਨਾਲ ਹੋਣੀ ਜ਼ਰੂਰੀ ਆ, ਫਿਰ ਤੇਰੀ ਤੀਜੀ ਅੱਖ, ਸੁਰਤ ਦੀ ਅੱਖ ਖੁੱਲ ਸਕਦੀ ਆ, ਤੇ ਨਹੀਂ ਤਾਂ ਸੱਚ ਜਾਣੀ ਇਹ ਪਹਿਲਾਂ ਵਾਲੀਆਂ ਵੀ 2 ਬੰਦ ਹੋ ਜਾਣਗੀਆਂ, ਫੁੱਟ ਜਾਣਗੀਆਂ। ਫਿਰ ਤੀਜਾ ਨੇਤਰ ਖੁੱਲਣ ਦੀ ਬਜਾਏ ਨਾ 2 ਪਹਿਲਾਂ ਵਾਲੀਆਂ ਵੀ ਫੁੱਟ ਜਾਣਗੀਆਂ। ਫਿਰ ਚਲੋ ਗੁਰੂ ਨੂੰ ਖੇਡਣ ਬਾਰੇ ਪੁੱਛ ਲਓ, ਉਹ ਵੀ ਦੱਸ ਦਿੰਦਾ ਗੁਰੂ। ਆਪਾਂ ਸੰਖੇਪ ਹੀ ਗੱਲ ਕਰਨੀ ਆ, ਗੁਰੂ ਨੂੰ ਆਪਣੀ ਜ਼ਿੰਦਗੀ 'ਚ ਬੱਚੇ ਕਿਵੇਂ ਪਾਲਣੇ ਆ ਉਹ ਵੀ ਗੁਰੂ ਦੱਸਦਾ ਗਾ, ਤੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਨਾਲ ਵਰਤਾਓ ਕਿਹੋ ਜਿਹਾ ਕਰਨਾ ਗਾ ਉਹ ਵੀ ਗੁਰੂ ਦੱਸਦਾ, ਕੀ ਖਾਣਾ ਕੀ ਪਹਿਨਣਾ ਇਹ ਵੀ ਗੁਰੂ ਦੱਸਦਾ ਗਾ। ਜ਼ਿੰਦਗੀ ਦਾ ਕੋਈ ਵੀ ਕੰਮ ਪੁੱਛੋ, ਸਾਰੇ ਕੰਮ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੱਸਦੀ ਆ, ਪਰ ਅਸੀਂ ਕਦੇ ਪੁੱਛਣ ਦਾ ਯਤਨ ਨਹੀਂ ਕੀਤਾ। ਜਾਣੀ ਕਿ ਇਹ ਗੱਲ ਮੇਰੀ ਨਹੀਂ, ਇਹ ਗੱਲ ਗੁਰੂ ਨਾਨਕ ਸਾਹਿਬ ਦੀ ਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੀ ਸ਼ਬਦ ਨੂੰ ਪਛਾਣਿਆ ਹੀ ਨਹੀਂਗਾ। ਇੱਥੇ ਲਿਖਿਆ ਕੀ ਆ? ਸ਼ਬਦ ਚੀਨ, ਚੀਨ ਤੋਂ ਭਾਵ ਪਛਾਨਣਾ, ਸ਼ਬਦ ਚੀਨ ਫਿਰ ਲੱਗਾ ਨਾ ਪੀਰ। ਜੇ ਸ਼ਬਦ ਨੂੰ ਪਛਾਣ ਲਿਆ ਫਿਰ ਪੀੜ ਨਹੀਂ ਲੱਗਦੀ, ਦਰਦ ਨਹੀਂ ਹੋਵੇਗਾ। ਸਾਰੇ ਨੁਕਤੇ ਅਸੀਂ ਪੁੱਛ ਲਏ। ਫਿਰ ਲਾਸਟ ਵਿੱਚ ਪਾਤਸ਼ਾਹ ਜੀ ਕਹਿੰਦੇ ਆਵੇ ਨਾ ਜਾਏ ਨਾ ਦੁੱਖ ਪਾਏ, ਨਾ ਫਿਰ ਬੰਦਾ ਜੰਮਣ ਮਰਨ ਦੇ ਚੱਕਰ ਵਿੱਚ ਆਉਂਦਾ, ਨਾ ਫਿਰ ਕੋਈ ਦੁੱਖ ਪਾਉਂਦਾ ਹੈ, ਦੁੱਖਾਂ ਤੋਂ ਰਹਿਤ ਜ਼ਿੰਦਗੀ ਹੋ ਜਾਂਦੀ ਹੈ। ਨਾਮੇ ਰਾਤੇ ਸਹਿਜ ਸਮਾਏ, ਨਾਨਕ ਗੁਰਮੁਖ ਵੇਖੈ ਹਦੂਰ। ਗੁਰਮੁਖ ਨੇ ਫਿਰ ਮਾਲਕ ਨੂੰ ਨੇੜੇ ਜਾਣਿਆ, ਮੇਰਾ ਪ੍ਰਭ ਸਦ ਰਹਿਆ ਭਰਪੂਰ। ਉਹ ਮੇਰਾ ਮਾਲਕ ਸਦਾ ਹੀ ਭਰਪੂਰ ਹੈ, ਗੁਣਾਂ ਦਾ ਖਜ਼ਾਨਾ ਹੈ। ਉਸ ਗੁਣਾਂ ਦੇ ਖਜ਼ਾਨੇ ਨੂੰ ਆਪਣੀ ਜ਼ਿੰਦਗੀ ਦੇ ਹਰ ਕੰਮ ਪੁੱਛ ਕੇ ਕਰਾਂਗੇ ਤਾਂ ਜ਼ਰੂਰ ਚੰਗੀ ਰਹਿ ਦੇਵੇਗਾ, ਤੇ ਫਿਰ ਜ਼ਰੂਰ ਉਹ ਸਾਡੀ ਮਦਦ ਕਰੇਗਾ। ਫਿਰ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪੀੜ ਦਰਦ ਨਹੀਂ ਆਉਣ ਦੇਵੇਗਾ। ਭੁੱਲਾਂ ਦੀ ਖਿਮਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ